ਮੇਰਾ ਪਤੀ ਇੱਕ ਡਾਕਟਰ ਸੀ। ਇੱਕ ਔਰਤ ਸਾਡੇ ਘਰ ਹਰ ਦੂਸਰੇ ਦਿਨ ਆਉਂਦੀ ਤੇ ਕਹਿੰਦੀ ਮੇਰੀ ਮਾਂ ਦੀ ਤਬੀਅਤ ਬਹੁਤ ਖਰਾਬ ਆ। ਉਹ ਮੇਰੇ ਪਤੀ ਨੂੰ ਆਪਣੇ ਨਾਲ ਲੈ ਜਾਂਦੀ। ਮੇਰਾ ਪਤੀ ਸਾਰੀ ਰਾਤ ਉੱਥੇ ਰਹਿੰਦਾ ਤੇ ਸਵੇਰੇ ਵਾਪਸ ਆਉਂਦਾ। ਇੱਕ ਦਿਨ ਮੈਂ ਆਪਣੇ ਪਤੀ ਦਾ ਪਿੱਛਾ ਕੀਤਾ। ਫਿਰ ਜੋ ਮੈਂ ਕਮਰੇ ਵਿੱਚ ਦੇਖਿਆ, ਮੇਰੀ ਤਾਂ ਰੂਹ ਕੰਬ ਗਈ, ਕਿਉਂਕਿ ਮੇਰਾ ਪਤੀ ਤਾਂ ਉਸ ਔਰਤ ਦੀ। ਇਹ ਸਿਲਸਿਲਾ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਸੀ। ਪਹਿਲਾਂ ਤਾਂ ਮੈਂ ਇਹ ਸੋਚ ਕੇ ਨਜ਼ਰਅੰਦਾਜ਼ ਕਰ ਰਹੀ ਸੀ ਕਿ ਇੱਕ ਡਾਕਟਰ ਹੋਣ ਦੇ ਨਾਤੇ ਮੇਰੇ ਪਤੀ ਦਾ ਫਰਜ਼ ਆ ਕਿ ਉਹ ਮਰੀਜ਼ ਦਾ ਖਿਆਲ ਰੱਖੇ। ਪਰ ਹੁਣ ਇਹ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ, ਕਿਉਂਕਿ ਮੈਨੂੰ ਕਿਤੇ ਨਾ ਕਿਤੇ ਕੁਝ ਗਲਤ ਹੋਣ ਦਾ ਅਹਿਸਾਸ ਹੋ ਰਿਹਾ ਸੀ। ਮੈਂ ਆਪਣੇ ਪਤੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦੀ, ਪਰ ਉਸ ਦਾ ਸਖਤ ਲਹਿਜਾ ਦੇਖ ਕੇ ਚੁੱਪ ਕਰ ਜਾਂਦੀ। ਸਵੇਰੇ ਸਵੇਰੇ ਉਹ ਔਰਤ ਫਿਰ ਆ ਗਈ। ਮੈਂ ਉਸ ਨੂੰ ਪੁੱਛਿਆ ਕਿ ਉਸ ਦੀ ਮਾਂ ਦੀ ਤਬੀਅਤ ਕਿਵੇਂ ਹੈ, ਤਾਂ ਉਹ ਕਹਿਣ ਲੱਗੀ ਕਿ ਇਸ ਲਈ ਤਾਂ ਦੁਬਾਰਾ ਇੱਥੇ ਆਈ ਹਾਂ, ਕਿਉਂਕਿ ਮਾਂ ਦੀ ਤਬੀਅਤ ਹਜੇ ਸੰਭਲੀ ਨਹੀਂ। ਮੈਂ ਆਪਣੇ ਪਤੀ ਨੂੰ ਆਵਾਜ਼ ਦਿੱਤੀ ਤਾਂ ਉਹ ਬਾਹਰ ਆ ਗਿਆ। ਮੇਰਾ ਪਤੀ ਉਸ ਔਰਤ ਨਾਲ ਚਲਿਆ ਗਿਆ। ਮੈਂ ਤਿੱਖੀ ਨਜ਼ਰ ਨਾਲ ਉਹਨਾਂ ਦਾ ਪਿੱਛਾ ਕੀਤਾ। ਪਤਾ ਨਹੀਂ ਕਿਉਂ ਮੈਨੂੰ ਜਲਨ ਹੋ ਰਹੀ ਸੀ। ਮੈਂ ਇਹ ਵੀ ਜਾਣਦੀ ਸੀ ਮੇਰੇ ਪਤੀ ਦੀ ਜ਼ਿੰਦਗੀ ਵਿੱਚ ਮੇਰੀ ਜਗ੍ਹਾ ਕੋਈ ਨਹੀਂ ਲੈ ਸਕਦਾ। ਕੰਮ ਕਰਨ ਵੇਲੇ ਵੀ ਮੇਰੀ ਸੋਚ ਉਸ ਔਰਤ ਤੇ ਅਟਕੀ ਹੋਈ ਸੀ ਜੋ ਅਚਾਨਕ ਸਾਡੀ ਜ਼ਿੰਦਗੀ ਵਿੱਚ ਬਿਨ ਬੁਲਾਏ ਦਾਖਲ ਹੋ ਗਈ ਸੀ। ਮੈਂ ਕੰਮ ਕਰਕੇ ਵਾਪਸ ਆਪਣੇ ਕਮਰੇ ਵਿੱਚ ਆ ਗਈ, ਪਰ ਮੇਰਾ ਪਤੀ ਹਜੇ ਤੱਕ ਨਹੀਂ ਆਇਆ ਸੀ। ਮੈਂ ਆਪਣੇ ਪਤੀ ਨੂੰ ਫੋਨ ਕੀਤਾ ਕਿ ਕਦੋਂ ਤੱਕ ਆਵੋਗੇ, ਤਾਂ ਉਹ ਕਹਿਣ ਲੱਗਾ ਕਿ ਸਵੇਰੇ ਤੱਕ। ਕਹਿਣ ਲੱਗਾ ਕਿ ਮਰੀਜ਼ ਦੀ ਹਾਲਤ ਬਹੁਤ ਖਰਾਬ ਹੈ। ਇਸ ਤੋਂ ਪਹਿਲਾਂ ਮੈਂ ਕੁਝ ਹੋਰ ਪੁੱਛਦੀ, ਉਸਨੇ ਫੋਨ ਕੱਟ ਦਿੱਤਾ। ਮੇਰੇ ਦਿਮਾਗ ਵਿੱਚ ਕਈ ਸਵਾਲ ਆਉਣ ਲੱਗੇ। ਮੈਂ ਸੋਚ ਲਿਆ ਸੀ ਕਿ ਅਗਲੇ ਦਿਨ ਪਤੀ ਨੂੰ ਜਾਣ ਤੋਂ ਮਨਾ ਕਰ ਦੇਵਾਂਗੀ। ਅਗਲੀ ਸਵੇਰ ਉਹ ਘਰ ਵਾਪਸ ਆ ਗਿਆ ਤੇ ਮੈਂ ਉਸ ਨੂੰ ਕਿਹਾ ਕਿ ਤੂੰ ਅੱਗੇ ਤੋਂ ਉਸ ਔਰਤ ਦੇ ਘਰ ਨਹੀਂ ਜਾਵੇਂਗਾ। ਉਹ ਕਹਿਣ ਲੱਗਾ ਕਿ ਉਸ ਨੂੰ ਮੇਰੀ ਜ਼ਰੂਰਤ ਆ, ਉਸ ਦੀ ਮਾਂ ਬਿਮਾਰ ਹੈ। ਮੈਂ ਕਿਹਾ ਉਹ ਆਪਣੀ ਮਾਂ ਨੂੰ ਹਸਪਤਾਲ ਵੀ ਤਾਂ ਲਿਆ ਸਕਦੀ ਹੈ। ਪਰ ਮੇਰੀ ਇਸ ਗੱਲ ਦਾ ਜਵਾਬ ਦੇਣ ਦੀ ਬਜਾਏ ਉਹ ਕਹਿਣ ਲੱਗਾ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਕੰਮ ਛੱਡ ਕੇ ਘਰ ਬੈਠ ਜਾਵਾਂ, ਮੇਰੀ ਡਿਗਰੀ ਬੇਕਾਰ ਹੋ ਜਾਵੇ। ਮੈਂ ਕਦੇ ਕਿਹਾ ਕਿ ਤੂੰ ਆਪਣੀ ਨੌਕਰੀ ਛੱਡ ਦੇ? ਮੈਂ ਤੈਨੂੰ ਬਸ ਉਸ ਔਰਤ ਦੇ ਘਰ ਜਾਣ ਤੋਂ ਮਨਾ ਕਰ ਰਹੀ ਹਾਂ। ਮੈਨੂੰ ਤੇਰਾ ਉੱਥੇ ਰੁਕਣਾ ਬਿਲਕੁਲ ਪਸੰਦ ਨਹੀਂ ਆ। ਉਹ ਕਹਿਣ ਲੱਗਾ ਕਿ ਤੂੰ ਮੇਰੇ ਤੇ ਸ਼ੱਕ ਕਰ ਰਹੀ ਆ। ਮੈਂ ਉਸ ਨੂੰ ਕਿਹਾ ਮੈਂ ਤੇਰੇ ਤੇ ਨਹੀਂ, ਉਸ ਔਰਤ ਤੇ ਸ਼ੱਕ ਕਰ ਰਹੀ ਆ। ਮੇਰਾ ਹੁਕਮ ਹੈ ਕਿ ਤੂੰ ਉਸ ਨਾਲ ਨਹੀਂ ਜਾਵੇਂਗਾ। ਉਹ ਚੀਖ ਕੇ ਕਹਿਣ ਲੱਗਾ ਕਿ ਮੈਂ ਮੇਰੇ ਤੇ ਇਸ ਤਰ੍ਹਾਂ ਹੁਕਮ ਨਹੀਂ ਚਲਾ ਸਕਦੀ, ਨਾ ਹੀ ਕਿਤੇ ਆਉਣ ਜਾਣ ਤੋਂ ਰੋਕ ਸਕਦੀ ਹਾਂ। ਮੈਨੂੰ ਉਸਦੇ ਵਿਆਹ 'ਚੋਂ ਬਗਾਵਤ ਦੀ ਬੋ ਆ ਰਹੀ ਸੀ। ਮੈਂ ਬਿਨਾਂ ਨਾਸ਼ਤਾ ਕੀਤੇ ਹੀ ਕਮਰੇ 'ਚੋਂ ਬਾਹਰ ਚਲੀ ਗਈ। ਮੈਨੂੰ ਲੱਗਿਆ ਕਿ ਉਹ ਮੈਨੂੰ ਨਾਸ਼ਤੇ ਲਈ ਪੁੱਛੇਗਾ, ਪਰ ਅਜਿਹਾ ਕੁਝ ਨਹੀਂ ਹੋਇਆ। ਉਹ ਬਦਲ ਗਿਆ ਸੀ। ਸਾਡੇ ਵਿੱਚ ਇੱਕ ਅਲੱਗ ਜਿਹਾ ਰਿਸ਼ਤਾ ਬਣ ਚੁੱਕਿਆ ਸੀ। ਮੈਂ ਗੁੱਸੇ ਵਿੱਚ ਘਰ ਦਾ ਕੰਮ ਕਰਨ ਲੱਗੀ, ਪਰ ਗੁੱਸੇ ਤੇ ਭੁੱਖ ਕਰਕੇ ਕੰਮ ਤੇ ਧਿਆਨ ਨਹੀਂ ਦੇ ਪਾ ਰਹੀ ਸੀ। ਫਿਰ ਮੈਂ ਖਾਣਾ ਖਾਣ ਲਈ ਕਮਰੇ ਵਿੱਚ ਆ ਗਈ। ਕੁਝ ਦੇਰ ਉੱਥੇ ਹੀ ਬੈਠ ਗਈ ਤੇ ਸਵੇਰੇ ਹੋਏ ਝਗੜੇ ਬਾਰੇ ਸੋਚਣ ਲੱਗੀ ਕਿ ਮੇਰੇ ਪਤੀ ਦਾ ਉਸ ਔਰਤ ਲਈ ਮੇਰੇ ਨਾਲ ਝਗੜਾ ਕਰਨਾ, ਬਿਨਾਂ ਝਿਜਕ ਦੇ ਉਸ ਦੇ ਨਾਲ ਚਲੇ ਜਾਣਾ ਤੇ ਉਸ ਦੇ ਘਰ ਰੁਕਣਾ, ਇਹ ਸਭ ਇੱਕ ਹੀ ਦਿਨ ਵਿੱਚ ਨਹੀਂ ਹੋਇਆ ਸੀ। ਜ਼ਰੂਰ ਉਹ ਵਿਆਹ ਤੋਂ ਪਹਿਲਾਂ ਵੀ ਮੇਰੇ ਪਤੀ ਨੂੰ ਜਾਣਦੀ ਹੋਵੇਗੀ। ਹੋ ਸਕਦਾ ਉਹ ਮਾਂ ਦੀ ਬਿਮਾਰੀ ਦਾ ਬਹਾਨਾ ਕਰਕੇ ਮੇਰੇ ਪਤੀ ਨੂੰ ਲੈ ਜਾਂਦੀ ਹੋਵੇ। ਪਤਾ ਨਹੀਂ ਦੋਨਾਂ ਵਿੱਚ ਕਿਹੋ ਜਿਹਾ ਰਿਸ਼ਤਾ ਹੋਵੇਗਾ ਜੋ ਮੇਰਾ ਪਤੀ ਉਸ ਦੇ ਘਰ ਜਾਣ ਲਈ ਇੰਨਾ ਉਛਲ ਰਿਹਾ ਸੀ। ਇਹ ਸੋਚ ਕੇ ਮੈਨੂੰ ਅੱਗ ਲੱਗ ਰਹੀ ਸੀ। ਮੈਂ ਥੱਕ ਹਾਰ ਕੇ ਕਮਰੇ ਵਿੱਚ ਬੈਠ ਗਈ ਤਾਂ ਮੈਂ ਖਾਮੋਸ਼ੀ ਨਾਲ ਸੌਣ ਦਾ ਨਾਟਕ ਕਰਨ ਲੱਗੀ ਤਾਂ ਮੇਰਾ ਪਤੀ ਫੋਨ ਤੇ ਕਹਿ ਰਿਹਾ ਸੀ ਕਿ ਦਵਾਈ ਸਮੇਂ ਤੇ ਦਿੰਦੇ ਰਹਿਣਾ। ਹੁਣ ਮੇਰਾ ਘਰੋਂ ਨਿਕਲਣਾ ਸ਼ਾਇਦ ਮੁਸ਼ਕਲ ਹੋਵੇ, ਕਿਉਂਕਿ ਮੇਰੀ ਪਤਨੀ ਨੂੰ ਪਸੰਦ ਨਹੀਂ ਕਿ ਮੈਂ ਤੇਰੇ ਘਰ ਆਵਾਂ। ਜੇ ਹਾਲਤ ਜ਼ਿਆਦਾ ਖਰਾਬ ਹੋਣ ਦਾ ਤਾਂ ਆਪਣਾ ਆਖਰੀ ਕਦਮ ਉਠਾਉਣਾ ਪਵੇਗਾ। ਮੈਨੂੰ ਉਸ ਦੀ ਫਿਕਰ ਨਹੀਂ ਹੈ। ਮੈਂ ਰਸੋਈ ਵਿੱਚ ਆ ਗਈ ਤੇ ਜਾਣ-ਬੁੱਝ ਕੇ ਬਰਤਨਾਂ ਦੀ ਆਵਾਜ਼ ਕੀਤੀ। ਉਹ ਡਰ ਕੇ ਬੋਲਿਆ ਕਿ ਕੌਣ ਹੈ ਤੇ ਇੱਕ ਗੁਲਦਸਤਾ ਫੜੇ ਰਸੋਈ ਵੱਲ ਆ ਗਿਆ। ਮੈਨੂੰ ਵੇਖ ਕੇ ਕਹਿਣ ਲੱਗਾ ਕਿ ਦੱਸ ਨਹੀਂ ਸਕਦੀ ਸੀ। ਮੈਂ ਕਿਹਾ ਅਜਿਹਾ ਕੀ ਕਰ ਰਹੇ ਸੀ ਜੋ ਇੰਨਾ ਡਰ ਗਏ? ਗੁਲਦਸਤੇ ਨਾਲ ਕਤਲ ਕਰਨ ਦਾ ਇਰਾਦਾ ਹੈ? ਕਤਲ ਦਾ ਨਾਮ ਸੁਣ ਕੇ ਉਸਦੇ ਚਿਹਰੇ ਦਾ ਰੰਗ ਉੱਡ ਗਿਆ। ਖੈਰ, ਮੈਂ ਕੱਪੜੇ ਬਦਲੇ ਤੇ ਸੋਚਣ ਲੱਗੀ ਕਿ ਉਹ ਕਿਸ ਆਖਰੀ ਕੰਮ ਬਾਰੇ ਗੱਲ ਕਰ ਰਿਹਾ ਸੀ। ਕਿਤੇ ਉਸ ਦਾ ਉਸ ਔਰਤ ਨਾਲ ਘਰੋਂ ਭੱਜਣ ਦਾ ਤਾਂ ਇਰਾਦਾ ਤਾਂ ਨਹੀਂ ਸੀ। ਜੇ ਉਹ ਭੱਜ ਗਿਆ ਤਾਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹਾਂਗੀ। ਸਮਾਜ ਵਿੱਚ ਮੇਰੀ ਕੀ ਇੱਜ਼ਤ ਰਹਿ ਜਾਵੇਗੀ?
ਮੈਨੂੰ ਜਲਦੀ ਕੁਝ ਕਰਨਾ ਹੋਵੇਗਾ। ਅਗਲੀ ਸਵੇਰ ਉਹ ਫਿਰ ਉਸ ਔਰਤ ਨਾਲ ਚਲਿਆ ਗਿਆ। ਮੈਂ ਸਬਰ ਦਾ ਕੌੜਾ ਘੁੱਟ ਪੀ ਲਿਆ, ਕਿਉਂਕਿ ਜੇ ਝਗੜਾ ਕਰਦੀ ਤਾਂ ਸਮਾਜ ਵਿੱਚ ਸਾਡੇ ਰਿਸ਼ਤੇ ਦਾ ਤਮਾਸ਼ਾ ਬਣ ਜਾਣਾ ਸੀ। ਮੈਂ ਸੋਚ ਰਹੀ ਸੀ ਕਿ ਵਿਆਹ ਤੋਂ ਬਾਅਦ ਜ਼ਿੰਦਗੀ ਵਿੱਚ ਸਕੂਨ ਸੀ। ਪਹਿਲਾਂ ਤਾਂ ਉਹ ਅਜਿਹਾ ਨਹੀਂ ਸੀ, ਜਾਂ ਫਿਰ ਚੰਗਾ ਬਣਦਾ ਡਰਾਮਾ ਕਰ ਰਿਹਾ ਸੀ। ਕਾਸ਼ ਮੈਂ ਉਸ ਨਾਲ ਵਿਆਹ ਹੀ ਨਾ ਕਰਵਾਇਆ ਹੁੰਦਾ। ਮੇਰਾ ਸਿਰ ਦਰਦ ਨਾਲ ਫਟਿਆ ਜਾ ਰਿਹਾ ਸੀ। ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਮੇਰਾ ਦਿਲ ਕਰ ਰਿਹਾ ਸੀ ਕਿ ਉਸ ਦਾ ਗਲਾ ਦਬਾ ਦੇਵਾਂ। ਉਸ ਨੂੰ ਮੇਰੀ ਕੋਈ ਪਰਵਾਹ ਨਹੀਂ ਸੀ। ਮੈਂ ਤਾਂ ਉਸ ਦੀ ਹਰ ਖੁਸ਼ੀ ਦਾ ਧਿਆਨ ਰੱਖਦੀ ਸੀ, ਉਸ ਨੂੰ ਪੂਰੀ ਆਜ਼ਾਦੀ ਵੀ ਦਿੱਤੀ ਸੀ, ਪਰ ਉਹ ਮੇਰੀਆਂ ਹੀ ਅੱਖਾਂ ਵਿੱਚ ਘੱਟਾ ਪਾ ਰਿਹਾ ਸੀ। ਮੈਂ ਸੋਚ ਕੇ ਪਰੇਸ਼ਾਨ ਹੋ ਗਈ ਸੀ। ਮੇਰਾ ਦਮ ਘੁੱਟਣ ਲੱਗਿਆ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਇਸ ਤਰ੍ਹਾਂ ਹੀ ਚੱਲਦਾ ਰਿਹਾ। ਸਾਡਾ ਸਬੰਧ ਬਹੁਤ ਖਰਾਬ ਹੋ ਚੁੱਕਿਆ ਸੀ। ਅਸੀਂ ਇੱਕ ਦੂਜੇ ਨੂੰ ਵੇਖਣਾ ਵੀ ਨਹੀਂ ਚੰਗਾ ਸਮਝਦੇ ਸੀ। ਫਿਰ ਮੈਨੂੰ ਇੱਕ ਦਿਨ ਪਤਾ ਚੱਲਿਆ ਕਿ ਉਸ ਔਰਤ ਦੀ ਮਾਂ ਨੂੰ ਮਰੇ ਹੋਏ ਤਾਂ 5 ਸਾਲ ਹੋ ਗਏ ਹਨ। ਮੈਂ ਹੈਰਾਨ ਰਹਿ ਗਈ। ਹੁਣ ਮੇਰਾ ਦਿਮਾਗ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਸੀ। ਕਮਰੇ ਵਿੱਚ ਗਈ ਤਾਂ ਮੇਰਾ ਪਤੀ ਤਿਆਰ ਹੋ ਰਿਹਾ ਸੀ। ਮੈਨੂੰ ਲੱਗਿਆ ਉਹ ਘਰੋਂ ਭੱਜਣ ਦੀ ਤਿਆਰੀ ਕਰ ਰਿਹਾ ਹੈ। ਫਿਰ ਉਹ ਉਸ ਔਰਤ ਨਾਲ ਚਲਿਆ ਗਿਆ। ਮੈਂ ਉਹਨਾਂ ਦਾ ਪਿੱਛਾ ਕੀਤਾ। ਉਹ ਇੱਕ ਮਕਾਨ ਵਿੱਚ ਪਹੁੰਚੇ। ਮੈਂ ਵੀ ਹੌਲੀ-ਹੌਲੀ ਉਹਨਾਂ ਦੇ ਪਿੱਛੇ ਹੀ ਅੰਦਰ ਗਈ। ਉੱਥੇ ਬਿਸਤਰੇ ਤੇ ਇੱਕ ਔਰਤ ਬੇਸੁੱਧ ਪਈ ਸੀ। ਮੇਰਾ ਪਤੀ ਉਸ ਨੂੰ ਇੰਜੈਕਸ਼ਨ ਲਗਾ ਰਿਹਾ ਸੀ। ਫਿਰ ਉਹ ਦੋਨੋਂ ਇੱਕ ਕੋਨੇ ਵਿੱਚ ਗੱਲਾਂ ਕਰਨ ਲੱਗੇ। ਉਹ ਔਰਤ ਕਹਿ ਰਹੀ ਸੀ ਕਿ ਇੰਜੈਕਸ਼ਨ ਤਾਂ ਲਗਾ ਦਿੱਤਾ, ਕੀ ਹੁਣ ਇਹ ਮਰ ਜਾਵੇਗੀ? ਮੈਂ ਇਸ ਨੂੰ ਕਦੋਂ ਦਾ ਚੱਲ ਰਹੀ ਹਾਂ। ਇਹ ਸੁਣ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ। ਪਰ ਉਹ ਮੇਰੇ ਪਤੀ ਨੂੰ ਵੀਰ ਜੀ ਕਿਉਂ ਕਹਿ ਰਹੀ ਸੀ? ਹਾਂ, ਇਹ ਮਰ ਜਾਵੇਗੀ। ਦਵਾਈ ਨੇ ਅਸਰ ਸ਼ੁਰੂ ਕਰ ਦਿੱਤਾ ਹੈ। ਫਿਰ ਉਸ ਦੀ ਸਾਰੀ ਜਾਇਦਾਦ ਤੇਰੇ ਤੇ ਮੇਰੇ ਹਿੱਸੇ ਆ ਜਾਵੇਗੀ, ਮੇਰਾ ਪਤੀ ਕਹਿ ਰਿਹਾ ਸੀ। ਇਸ ਤੋਂ ਪਹਿਲਾਂ ਕਿ ਗੱਲ ਹੱਥੋਂ ਨਿਕਲ ਜਾਂਦੀ, ਮੈਂ ਪੁਲਿਸ ਨੂੰ ਫੋਨ ਕਰ ਦਿੱਤਾ। ਥੋੜੀ ਦੇਰ ਬਾਅਦ ਪੁਲਿਸ ਪਹੁੰਚ ਗਈ। ਪੁਲਿਸ ਵੇਖ ਕੇ ਉਹਨਾਂ ਦਾ ਰੰਗ ਉੱਡ ਗਿਆ। ਮੈਂ ਉਸ ਔਰਤ ਨੂੰ ਥੱਪੜ ਮਾਰ ਕੇ ਉਸ ਦੀ ਸੱਚਾਈ ਪੁੱਛੀ। ਉਹ ਕਹਿਣ ਲੱਗੀ ਕਿ ਤੇਰਾ ਪਤੀ ਮੇਰਾ ਭਰਾ ਹੈ। ਮੇਰੇ ਘਰਦਿਆਂ ਮੇਰੀਆਂ ਗਲਤ ਆਦਤਾਂ ਕਰਕੇ ਮੈਨੂੰ ਬੇਦਖਲ ਕਰ ਦਿੱਤਾ ਸੀ। ਇਸ ਲਈ ਤੁਹਾਡੇ ਵਿਆਹ ਸਮੇਂ ਮੇਰਾ ਜ਼ਿਕਰ ਵੀ ਨਹੀਂ ਕੀਤਾ, ਕਿਉਂਕਿ ਮੈਂ ਉਹਨਾਂ ਲਈ ਮਰ ਚੁੱਕੀ ਸੀ। ਘਰੋਂ ਕੱਢੇ ਜਾਣ ਤੋਂ ਬਾਅਦ ਮੈਂ ਇਸ ਔਰਤ ਨੂੰ ਆਪਣੀ ਮਾਂ ਕਹਿ ਕੇ ਜਾਲ ਵਿੱਚ ਫਸਾ ਲਿਆ, ਕਿਉਂਕਿ ਮੇਰੇ ਕੋਲ ਤਾਂ ਕੁਝ ਨਹੀਂ ਸੀ। ਮੈਂ ਉਸ ਨਾਲ ਉਹਨਾਂ ਦੇ ਘਰ ਰਹਿਣ ਲੱਗ ਪਈ। ਉਸ ਦੇ ਅੱਗੇ ਪਿੱਛੇ ਵੀ ਕੋਈ ਨਹੀਂ ਸੀ। ਫਿਰ ਮੈਂ ਇੱਕ ਦਿਨ ਵੀਰੇ ਨੂੰ ਮਿਲਣ ਹਸਪਤਾਲ ਗਈ। ਵੀਰਾ ਮੇਰਾ ਬਹੁਤ ਕਰਦਾ ਸੀ, ਇਸ ਲਈ ਉਹ ਮੇਰੀ ਮਦਦ ਕਰਨ ਲਈ ਮੰਨ ਗਿਆ। ਅਸੀਂ ਇਸ ਨੂੰ ਹੌਲੀ-ਹੌਲੀ ਮੌਤ ਦੇ ਕਰੀਬ ਲਿਜਾ ਰਹੇ ਸੀ। ਉਹਨਾਂ ਦੋਨਾਂ ਭੈਣ ਭਰਾਵਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਉਹਨਾਂ ਨੂੰ ਸਜ਼ਾ ਹੋ ਗਈ। ਜਿਸ ਔਰਤ ਨੂੰ ਮੇਰਾ ਪਤੀ ਤੇ ਉਸ ਦੀ ਭੈਣ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਹ ਬਚ ਤਾਂ ਗਈ, ਪਰ ਉਸ ਦੇ ਗੁਰਦਿਆਂ ਤੇ ਬਹੁਤ ਬੁਰਾ ਅਸਰ ਹੋਇਆ। ਸਮਾਂ ਬੀਤ ਗਿਆ ਤੇ ਨਾਰਮਲ ਹੋਣ ਤੋਂ ਬਾਅਦ ਮੈਂ ਦੂਜਾ ਵਿਆਹ ਕਰਵਾ ਲਿਆ। ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ। ਮੇਰਾ ਪਤੀ ਨੇਕ ਦਿਲ ਇਨਸਾਨ ਹੈ। ਮੈਂ ਜ਼ਿੰਦਗੀ ਵਿੱਚ ਇੱਕ ਗੱਲ ਸਿੱਖੀ ਕਿ ਲਾਲਚ ਇਨਸਾਨ ਨੂੰ ਅੰਨਾ ਕਰ ਦਿੰਦਾ ਹੈ। ਇਸ ਦਾ ਅੰਜਾਮ ਬਹੁਤ ਬੁਰਾ ਹੁੰਦਾ ਹੈ। ਜੇ ਮੇਰਾ ਪਤੀ ਤੇ ਉਸ ਦੀ ਭੈਣ ਲਾਲਚ ਨਾ ਕਰਦੇ ਤਾਂ ਇੱਕ ਵਧੀਆ ਜ਼ਿੰਦਗੀ ਗੁਜ਼ਾਰ ਸਕਦੇ ਸੀ, ਪਰ ਆਪਣੇ ਲਾਲਚ ਕਰਕੇ ਉਹਨਾਂ ਨੇ ਉਹ ਵੀ ਗਵਾ ਲਿਆ ਜੋ ਉਹਨਾਂ ਕੋਲ ਸੀ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ।